ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਏ, ਗੱਲਾਂ ਕਰਦਾ ਏ। ਤੇ ਖੁਦਾ ਦਾ ਬੰਦਾ ਦਾਊਦ ਤੇ ਬਹੁਤ ਹੀ ਅੱਛਾ ਫੈਸਲਾ ਕਰਦਾ ਏ ਤੇ ਕਹਿੰਦਾ ਏ, ਮੈਂ ਗੱਲ ਖੁਦਾ ਦੀ ਸੁਣਾਂਗਾ। ਤੇ ਇਸੇ ਤਰ੍ਹਾਂ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਖੁਦਾ ਦੀ ਗੱਲ ਸੁਣੀਏ। ਤੇ ਜਿਹੜਾ ਵੀ ਖੁਦਾ ਦੀ ਗੱਲ ਸੁਣੇਗਾ ਉਹ ਚੰਗਾ ਰਹੇਗਾ। ਤੇ ਪਿਓ ਵੀ ਉਹੋ ਹੀ ਬਣੇਗਾ। ਕਿਉਂਕਿ ਬਾਈਬਲ ਦੱਸਦੀ ਕਿ ਪਿਓ ਤੇ ਹੈਗੇ ਨੇ, ਪਰ ਉਹ ਪਿਓ ਨੇ ਜਿਨ੍ਹਾਂ ਨੂੰ ਸ਼ਿਤਰਮੁਰਖ ਕਿਹਾ ਜਾ ਸਕਦਾ ਹੈ। ਨੋਹਾ 4 ਬਾਪ ਨੂੰ ਪੜ੍ਹ ਕੇ ਵੇਖ ਲਓ। ਬਾਈਬਲ 'ਚ ਲਿਖਿਆ ਮਿਲਦਾ ਹੈ, ਸੋਨਾ ਕਿਸ ਤਰ੍ਹਾਂ ਬੇਆਬ ਹੋ ਗਿਆ, ਕੁੰਦਨ ਕਿਸ ਤਰ੍ਹਾਂ ਬਦਲ ਗਿਆ। ਮਕਦਸ ਦੇ ਪੱਥਰ ਤਮਾਮ ਗਲੀ ਕੂਚਿਆਂ ਦੇ ਵਿੱਚ ਪਏ ਨੇ। ਇਹ ਮਕਦਸ ਦੇ ਪੱਥਰ, ਇਹ ਸੋਨਾ, 2 'ਚ ਲਿਖਿਆ ਹੈ, ਸਿਯੋਨ ਦੇ ਅਜ਼ੀਜ਼ ਫਰਜ਼ੰਦ ਨੇ। ਇਹ ਖੁਦਾ ਦੇ ਲੋਕਾਂ ਦੇ ਬੱਚੇ ਨੇ। ਇਹ ਸੋਨਾ, ਇਹ ਮਕਦਸ ਦੇ ਪੱਥਰ। ਕਿਉਂਕਿ ਜਿਸ ਵੇਲੇ ਪਹਿਲਾ ਪਤਰਸ 2 ਬਾਪ 3 ਤੋਂ ਪੜ੍ਹਨੇ ਆ ਤੇ ਲਿਖਿਆ ਮਿਲਦਾ ਹੈ, ਅਗਰ ਤੁਸੀਂ ਖੁਦਾ ਦੇ ਮਿਹਰਬਾਨ ਹੋਣ ਦਾ ਮਜ਼ਾ ਚੱਖ ਲਿਆ ਤੇ ਉਸ ਨੂੰ, ਜਿਸ ਨੂੰ ਬੰਦਿਆਂ ਨੇ ਰੱਦ ਕੀਤਾ, ਪਰ ਉਹ ਖੁਦਾ ਦਾ ਚੁਣਿਆ ਤੇ ਕੀਮਤੀ ਤੇ ਜ਼ਿੰਦਾ ਪੱਥਰ ਹੈ, ਤੁਸੀਂ ਉਸ ਪੱਥਰ ਦੇ ਲਾਗੇ ਆ ਗਏ। ਤੇ ਉਸ ਪੱਥਰ ਦੇ ਲਾਗੇ ਆਉਣ ਦੇ ਨਾਲ ਤੁਸੀਂ ਵੀ ਇੱਕ ਜ਼ਿੰਦਾ ਪੱਥਰਾਂ ਦੀ ਤਰ੍ਹਾਂ, ਜ਼ਿੰਦਾ ਪੱਥਰਾਂ ਦੀ ਤਰ੍ਹਾਂ ਰੂਹਾਨੀ ਘਰ ਬਣਦੇ ਜਾਂਦੇ ਹੋ, ਤਾਂ ਕਿ ਕਾਹਨਾਂ ਦਾ ਮੁਕੱਦਸ ਫਿਰਕਾ ਬਣ ਕੇ, ਕਾਹਨ ਬਣਨਾ ਹੈ ਤੇ ਮੁਕੱਦਸ ਫਿਰਕੇ ਦੇ ਬਣਨਾ ਹੈ। ਯਹੋਨਾ 12 ਬਾਬ 26 'ਚ ਲਿਖਿਆ, ਅਗਰ ਕੋਈ ਮੇਰੀ ਖਿਦਮਤ ਕਰਦਾ ਹੈ ਤੇ ਉਹ ਮੇਰੇ ਪਿੱਛੇ ਹੋਵੇ। ਤੇ ਫਿਰ ਉਹਨੇ ਆਖਿਆ, ਜਿੱਥੇ ਮੈਂ ਆਵਾਂਗਾ ਉੱਥੇ ਮੇਰਾ ਖਾਦਮ ਹੋਏਗਾ, ਮੇਰਾ ਬਾਪ ਉਸ ਦੀ ਬੜੀ ਇੱਜ਼ਤ ਕਰੇਗਾ। ਅਸੀਂ ਕਾਹਨ ਤੇ ਬਣੇ ਹੋਏ ਹਾਂ, ਲੇਕਿਨ ਅੰਬੋਆਂ ਗੁਰੂਆਂ ਡਿਨੋਮੀਨੇਸ਼ਨਾਂ ਟੋਲਿਆਂ ਦੇ, ਔਰ ਇਹਨਾਂ ਦੇ ਮਗਰ ਲੱਗ ਕੇ ਝੂਠ ਬੋਲਣੇ, ਝੂਠ ਜੋ ਕੁਝ ਇਹ ਸਿਖਾਉਂਦੇ ਨੇ, ਖੁਦਾ ਦੇ ਕਾਹਨ ਬਣੀ। ਕਿਉਂਕਿ ਮਲਾਕੀ 2 ਬਾਪ ਨੂੰ ਪੜ੍ਹ ਲਓ, ਬਾਈਬਲ 'ਚ ਲਿਖਿਆ ਮਿਲਦਾ ਹੈ ਕਿ ਲਾਜ਼ਮ ਹੈ ਕਾਹਨ ਦੇ ਲੱਭ ਮਾਰਫਤ ਨੂੰ ਮਹਿਫੂਜ਼ ਰੱਖਣ, ਤੇ ਲੋਕ ਉਸ ਦੇ ਮੂੰਹ ਤੋਂ ਜਦੋਂ ਮੂੰਹ ਖੋਲੇ ਸ਼ਰ੍ਹਾ ਦੇ ਮਸਲੇ ਪੁੱਛਣ। 2 ਬਾਪ 7 ਨੂੰ ਪੜ੍ਹ ਲਓ ਤੇ ਲਿਖਿਆ, ਲਾਜ਼ਮ ਹੈ ਕਿ ਕਾਹਨ ਦੇ ਲੱਭ ਮਾਰਫਤ ਨੂੰ ਮਹਿਫੂਜ਼ ਰੱਖਣ ਤੇ ਲੋਕ ਉਸ ਦੇ ਮੂੰਹ ਤੋਂ ਸ਼ਰ੍ਹਾ ਦੇ ਮਸਲੇ, ਇਹ ਨਹੀਂ ਕਿ ਉਹ ਕਾਹਨ ਇੱਧਰ ਦੀਆਂ ਉੱਧਰ ਦੀਆਂ ਸੁਣਾਉਂਦਾ ਫਿਰੇ। ਇਸੇ ਕਰਕੇ ਯਰਮੀਆ 23 ਬਾਬ 'ਚ ਲਿਖਿਆ, ਮੈਂ ਆਪਣੇ ਘਰ ਦੇ ਅੰਦਰ ਇਹਨਾਂ ਦੀ ਸ਼ਰਾਰਤ ਵੇਖੀ। ਕਾਹਨ ਸ਼ਰਾਰਤੀ ਹੋ ਗਏ। ਮੈਂ ਆਪਣੇ ਘਰ ਦੇ ਅੰਦਰ ਇਹਨਾਂ ਦੀ ਸ਼ਰਾਰਤ ਵੇਖੀ। ਸੋ ਕਾਹਨ ਬਣਨਾ ਹੈ ਤੇ ਐਸੇ ਕਾਹਨ ਲਿਖਿਆ ਹੈ, ਸ਼ਾਹੀ ਕਾਹਨ ਚੜਾਓ ਸੱਚ ਦੀ ਕੁਰਬਾਨੀ। ਯਸਾਇਆ 38 ਦੀ 19 ਬਾਬ, ਯਸਾਇਆ ਨਬੀ ਦਾ ਸੀਫਾ 38 ਬਾਬ ਉਸ ਦੀ 19 'ਚ ਲਿਖਿਆ, ਜ਼ਿੰਦਾ ਹਾਂ ਜ਼ਿੰਦਾ ਹੀ ਖੁਦਾਵੰਦ ਦੀ ਸਤਾਇਸ਼ ਕਰੇਗਾ, ਜਿਸ ਤਰ੍ਹਾਂ ਅੱਜ ਦੇ ਦਿਨ ਮੈਂ ਕਰਨਾ ਵਾਂ। ਤੇ ਜਿਹੜਾ ਬਾਪ ਹੋਵੇਗਾ, ਇਹ ਬਾਪ ਦੀ ਸਿਫਤ, ਜਿਹੜਾ ਬਾਪ ਹੋਵੇਗਾ ਉਹ ਆਪਣੇ ਬੱਚਿਆਂ ਨੂੰ ਸੱਚਾਈ ਦੀ ਖਬਰ ਦੇਵੇਗਾ। ਸੋ ਬਾਪ ਬਣੀਏ, ਸੱਚਾਈ ਦੀ ਖਬਰ ਦੇਈਏ, ਸ਼ਿਤਰਮੁਰਗ ਨਾ ਬਣੀਏ। ਕਿਉਂਕਿ ਨੋਹਾ 4 ਬਾਪ ਨੂੰ ਪੜ੍ਹ ਰਹੇ ਸੀ, 2 'ਚ ਲਿਖਿਆ, ਸਿਯੋਨ ਦੇ ਅਜ਼ੀਜ਼ ਫਰਜ਼ੰਦ ਜਿਹੜੇ ਖਾਲਸ ਸੋਨੇ ਦੀ ਮਾਨਤ ਸੀ,
किस तरह कुम्हार ਦੇ ਬਣਾਏ ਹੋਏ ਬਰਤਨਾਂ ਦੇ ਬਰਾਬਰ ਹੋ ਗਏ ਨੇ। ਗਿੱਦੜ ਵੀ ਆਪਣੀ ਛਾਤੀਆਂ ਤੋਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੇ ਨੇ। ਗਿੱਦੜ ਵੀ ਆਪਣੀ ਛਾਤੀਆਂ ਤੋਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੇ ਨੇ। ਪਰ ਮੇਰੀ ਦੁਖਤਰੇ ਕੌਮ ਬੀਆਬਾਨੀ ਸ਼ੁਤਰਮੁਰਗ ਦੀ ਤਰ੍ਹਾਂ ਬੇਰਹਿਮ ਹੈ। ਇਹਨਾਂ ਨੂੰ ਆਪਣੇ ਬੱਚਿਆਂ ਤੇ ਕੋਈ ਤਰਸ ਨਹੀਂ। ਇਹ ਸ਼ੁਤਰਮੁਰਗ ਬਣ ਗਏ ਨੇ। ਇਹਨਾਂ ਨਾਲ ਤੇ ਉਹ ਕਹਿੰਦਾ ਗਿੱਦੜ ਚੰਗੇ ਨੇ ਤੇ ਸ਼ੁਤਰਮੁਰਗ ਨਾਲ ਬਣੀਏ ਬਾਪ ਬਣੀਏ। ਕੱਲ ਅਸੀਂ ਕਜ਼ਾਦ ਦੀ ਕਿਤਾਬ ਨੂੰ ਪੜ੍ਹਿਆ। ਕਜ਼ਾਦ ਦੀ ਕਿਤਾਬ ਦੇ ਵਿੱਚ ਲਿਖਿਆ ਮਿਲਦਾ ਹੈ, ਜਿੰਨੀ ਦੇਰ ਤੱਕ ਤੇ ਉਹ ਖੁਦਾ ਦੇ ਹੁਕਮਾਂ ਨੂੰ ਮੰਨਦੇ ਰਹੇ। ਕਜ਼ਾਦ 2 ਬਾਬ ਉਹਦੀ 6 ਐਤ ਨੂੰ ਪੜ੍ਹੋ। ਯਸ਼ੂਆ ਨੇ ਫਿਰ ਜਮਾਤ ਨੂੰ ਰੁਖਸਤ ਕੀਤਾ ਤੇ ਉਹਨੇ ਆਖਿਆ, ਜਾਓ ਹੁਣ ਆਪਣੇ ਘਰਾਂ 'ਚ ਉਹ ਜ਼ਮੀਨ ਜਿਹੜੀ ਰੱਬ ਨੇ ਤੁਹਾਨੂੰ ਦਿੱਤੀ ਹੈ, ਫਤੂਆਤ ਹੋਈ ਹੈ, ਉਸ ਨੂੰ ਮਰਾਸ ਵਿੱਚ ਲੈ ਲਓ ਤੇ ਉੱਤੇ ਕਬਜ਼ਾ ਕਰ ਲਓ। ਤੇ ਕਬਜ਼ਾ ਕਰ ਲਿਆ ਤੇ 110 ਸਾਲ ਤੱਕ ਇਹ ਖੁਦਾ ਦਾ ਖਾਦਮ ਇਹਨਾਂ ਦੇ ਨਾਲ ਰਿਹਾ ਹੈ, ਜਿੰਦਾ ਰਿਹਾ ਹੈ। ਔਰ ਉਸ ਤੋਂ ਬਾਅਦ ਇਹ ਖੁਦਾਵੰਦ ਦੇ ਵਿੱਚ ਸੌਂ ਗਿਆ ਹੈ। ਤੇ ਉਹ ਲੋਕ ਉਨੀ ਦੇਰ ਤੱਕ ਜਿਨ੍ਹਾਂ ਨੇ ਰੱਬ ਦੇ ਕੰਮ ਦੇਖੇ ਸੀ ਤੇ ਅਮਨ ਇਮਾਨ ਰਿਹਾ। ਲੇਕਿਨ ਉਸ ਤੋਂ ਬਾਅਦ ਜਿਹੜੀ ਦੂਸਰੀ ਕੌਮ ਆਈ, ਜਿਹਨਾਂ ਰੱਬ ਦੇ ਕੰਮ ਨਹੀਂ ਸੀ ਦੇਖੇ ਪਰ ਇਹਨਾਂ ਨੇ ਨਹੀਂ ਦਿਖਾਏ। ਚਾਹੀਦਾ ਤੇ ਸੀ ਕਿ ਆਪਣੇ ਬੱਚਿਆਂ ਨੂੰ ਉਹਦੇ ਕੰਮ ਦਿਖਾਉਂਦੇ, ਦੱਸਦੇ। ਲਿਖਿਆ ਏ, ਉਹਦੇ ਵੱਡੇ ਕੰਮ ਤੁਸੀਂ ਲੋਕਾਂ ਨੂੰ ਦੱਸੋ। ਤੇ ਜੇ ਇਸ ਲਈ ਨਹੀਂ ਦੱਸੇ ਤੇ ਫਿਰ ਉਹ ਕੌਮ ਜਿਹੜੀ ਕਬਜ਼ੇ ਕਰਨ ਲਈ, ਕਜ਼ਾਦ 7 ਬਾਬ ਨੂੰ ਪੜ੍ਹ ਕੇ ਵੇਖ ਲਓ, ਪਹਾੜਾਂ ਦੇ ਵਿੱਚ ਛਿਪੀ ਪਈ ਹੈ। ਲੋਕ ਆਉਂਦੇ ਨੇ, ਉਹਨਾਂ ਦੇ ਦਰਖਤਾਂ ਤੱਕ ਵੀ, ਆਪਣੇ ਊਂਠਾਂ ਨੂੰ ਲੈ ਆਉਂਦੇ, ਦਰਖਤਾਂ ਤੱਕ ਵੀ ਖਾ ਜਾਂਦੇ ਨੇ। ਉਹਨਾਂ ਦੀ ਫਸਲ ਲੁੱਟ ਕੇ ਲੈ ਜਾਂਦੇ ਨੇ। ਜੋ ਕੁਝ ਬਾਹਰ ਉਹਨਾਂ ਤੇ ਆਪ ਲੁਕ ਕੇ ਪਹਾੜਾਂ ਦੀਆਂ ਗਾਰਾਂ 'ਚ ਵੜ ਗਏ। ਸੋ ਬਈ ਖੁਦਾ ਦੇ ਕਲਾਮ ਨੂੰ ਮੰਨਾਂਗੇ, ਤਰੱਕੀ ਪਾਵਾਂਗੇ, ਸ਼ਾਹੀ ਕਾਹਨ ਬਣਾਂਗੇ, ਸੱਚ ਦੀ ਕੁਰਬਾਨੀ ਚੜਾਵਾਂਗੇ, ਚੰਗੇ ਰਹਾਂਗੇ। ਨਸਲਾਂ ਆਬਾਦ ਰਹਿਣਗੀਆਂ, ਨਸਲਾਂ ਨੂਰ ਬਣ ਕੇ ਦੁਨੀਆ 'ਚ ਚਮਕਣਗੀਆਂ। ਕਿਉਂਕਿ ਖੁਦਾਵੰਦ ਯਿਸੂ ਮਸੀਹ ਨੇ ਆਖਿਆ, ਤੁਸੀਂ ਜ਼ਮੀਨ ਦੇ ਨਮਕ ਹੋ। ਨਮਕ ਖੁਦਾ ਦੇ ਕਲਾਮ ਦੇ ਵਿੱਚ ਜ਼ਿਕਰ ਮਿਲਦਾ ਹੈ। ਇੱਕ ਜਗ੍ਹਾ ਬੜੀ ਖੂਬਸੂਰਤ ਸੀ, ਲੇਕਿਨ ਉੱਥੇ ਦਾ ਪਾਣੀ ਜਿਹੜਾ ਹੈ ਕੜਵਾ ਸੀ। ਤੇ ਜਿਸ ਵੇਲੇ ਕਿਹਾ ਗਿਆ ਪਾਣੀ ਕੜਵਾ, ਉਹਨੇ ਆਖਿਆ ਤੁਸੀਂ ਨਮਕ ਲਿਆਓ। ਇੱਕ ਪਿਆਲੇ ਵਿੱਚ ਨਮਕ ਮਿਲਾਇਆ, ਉੱਥੇ ਜ਼ਿੰਦਗੀਆਂ ਆਬਾਦ ਹੋ ਗਈਆਂ, ਕਿਉਂਕਿ ਪਾਣੀ ਮਿੱਠਾ ਹੋ ਗਿਆ। ਸੋ ਅੱਜ ਵੇਲਾ ਹੈ, ਆਪਣੇ ਅੰਦਰੋਂ ਲਿਖਿਆ ਹੈ, ਕਲਾਮ ਸੋਨੇ ਨਾਲੋਂ ਮਹਿੰਗਾ ਤੇ ਸ਼ਹਿਦ ਨਾਲੋਂ ਮਿੱਠਾ। ਇਸ ਮਿਠਾਸ ਨੂੰ ਆਪਣੇ ਮੂੰਹ ਚੋਂ ਕੱਢੋ, ਆਪਣੇ ਬੱਚਿਆਂ ਨੂੰ ਦੱਸੋ। ਇਹਨਾਂ ਨਾਲ ਗੱਲਾਂ ਕਰੋ ਕਲਾਮ ਦੀਆਂ। ਕੱਲ ਇਸ਼ਤਿਸ਼ਨਾ ਦੀ ਕਿਤਾਬ 4 ਬਾਬ ਨੂੰ ਵੇਖਿਆ ਤੇ ਉਹਦੇ 'ਚ ਲਿਖਿਆ ਮਿਲਿਆ, 4 ਬਾਬ ਦੀ 9 ਐਤ 'ਚ, ਅਤਿਆਤ ਕਰੀ ਉਹ ਗੱਲਾਂ ਜਿਹੜੀਆਂ ਵੇਖ ਲਵੇਂ, ਤੇਰੇ ਦਿਲ ਤੇ ਉਹ ਗੱਲਾਂ ਜਿਹੜੀਆਂ ਤੂੰ ਵੇਖ ਲਵੇਂ, ਆਪਣੇ ਬੱਚਿਆਂ ਨੂੰ ਦੱਸੀ, ਗਾਂ ਪੋਤਰਿਆਂ ਨੂੰ ਦੱਸੀ। ਇਸ਼ਤਿਸ਼ਨਾ 6 ਬਾਬ 4 ਐਤ ਤੋਂ ਪੜ੍ਹਿਆ, ਦਿਲੋਂ ਜਾਨ ਤਾਕਤ ਨਾਲ ਪਿਆਰ ਕਰੀ ਤੇ ਉਹ ਗੱਲਾਂ ਜਿਹੜੀਆਂ ਵੇਖ ਲਵੇਂ, ਤੇਰੇ ਦਿਲ ਤੇ ਨਕਸ਼ ਹੋ ਜਾਣ ਤੇ ਔਲਾਦ ਦੇ ਜ਼ੇਨ ਨਸ਼ੀਨ ਕਰਵਾਵੀਂ। ਨਸਲਾਂ ਕਿਉਂ ਘਾਟੇ 'ਚ ਜਾ ਰਹੀਆਂ? ਕਿਉਂਕਿ ਅਸੀਂ ਉਹਦੀਆਂ ਗੱਲਾਂ ਔਲਾਦ ਦੇ ਜ਼ੇਨ ਨਸ਼ੀਨ ਨਹੀਂ ਕਰਵਾਉਂਦੇ। ਜਿਸ ਵੇਲੇ ਇਮਾਲ 20 ਬਾਬ 32 ਐਤ ਨੂੰ ਪੜ੍ਹਦੇ ਹਾਂ, ਸਾਡੇ ਬੱਚੇ ਸਾਨੂੰ ਕਲਾਮ ਦੇ ਸਪੁਰਦ ਨਹੀਂ ਵੇਖਦੇ। ਹਾਲਾਂਕਿ ਲਿਖਿਆ, ਤੂੰ ਆਪਣੇ ਆਪ ਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰੀ, ਕਲਾਮ ਤੁਹਾਡੀ ਤਰੱਕੀ ਕਰ ਦੂ।
ਮੁਕੱਦਸ ਲੋਕਾਂ ਨਾਲ ਮਿਲਾ ਦੇਗਾ, ਮਿਰਾਸ ਦਾ ਹਿੱਸੇਦਾਰ ਬਣਾ ਦੇਗਾ। ਆਪਣੇ ਆਪ ਨੂੰ ਕਲਾਮ ਦੇ ਤੇ ਸਪੁਰਦ ਨਹੀਂ ਕੀਤਾ ਤੇ ਨਸਲ ਨੂੰ ਕਿੱਦਾਂ ਕਹਾਂਗੇ ਵੀ ਤੁਸੀਂ ਹੋ ਜਾਓ। ਆਓ ਅੱਜ ਵੇਲਾ ਹੈ, ਆਪਣੇ ਆਪ ਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰੀਏ ਤਾਂ ਕਿ ਸਾਡੀਆਂ ਨਸਲਾਂ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਰਹਿਣ ਤੇ ਜਿਸ ਦਿਨ ਉਹ ਆਵੇ ਸਾਡੀ ਉਹ ਦੁਆ ਰੰਗ ਲਿਆਵੇ ਜਿਹੜੀ ਅਸੀਂ ਕਹਿੰਦੇ ਆ ਕਿ ਤੇਰੀ ਮਰਜ਼ੀ ਅਸਮਾਨ ਤੇ ਪੂਰੀ ਹੁੰਦੀ, ਜ਼ਮੀਨ ਉੱਤੇ ਵੀ ਹੋਵੇ ਤੇ ਜ਼ਮੀਨ ਉੱਤੇ ਅਸੀਂ ਕਰੀਏ ਤਾਂ ਕਿ ਸਾਡੀਆਂ ਨਸਲਾਂ ਵੀ ਜ਼ਮੀਨ ਉੱਤੇ ਉਹਦੀ ਮਰਜ਼ੀ ਨੂੰ ਪੂਰਾ ਕਰਨ। ਤੇ ਉਹਦੀ ਮਰਜ਼ੀ ਕੀ? ਪਹਿਲਾ ਪਤਰਸ ਪਹਿਲਾ ਬਾਪ 9 ਚ ਲਿਖਿਆ, ਤੁਹਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਜਾਤ ਹੈ। ਸਾਡੀ ਜ਼ਿੰਦਗੀ ਉਹਦੀ ਮਰਜ਼ੀ ਹੈ ਕਿ ਅਸੀਂ ਰੂਹਾਂ ਬਚਾਈਏ, ਅਸੀਂ ਅੰਜੀਲੀ ਮਨਾਦ ਬਣੀਏ, ਅਸੀਂ ਕਲਾਮ ਤੇ ਇਲਮ ਦੀ ਦੌਲਤ ਨੂੰ ਜਿਹੜੀ ਉਸਨੇ ਸਾਨੂੰ ਦਿੱਤੀ ਦੁਨੀਆ ਤੱਕ ਫੈਲਾਈਏ। ਇਹ ਖਬਰਾਂ ਹੈ ਯਸਾਇਆ 48 ਬਾਪ 20 ਚ ਲਿਖਿਆ ਹੈ, ਬਾਬਲ ਚੋਂ ਨਿਕਲਿਓ, ਕਸਤੀਆਂ ਦੇ ਦਰਮਿਆਨ ਚੋਂ ਭੱਜਿਓ, ਨਗਮਾਂ ਦੀ ਆਵਾਜ਼ ਨਾ ਗਾਇਓ ਤੇ ਬਿਆਨ ਕਰਿਓ। ਤੇ ਉਸ ਦੀਆਂ ਖਬਰਾਂ ਜ਼ਮੀਨ ਦੇ ਕਿਨਾਰਿਆਂ ਤੱਕ, ਸਾਡੀ ਤੇ ਡਿਊਟੀ ਲਾਤੀ ਜ਼ਮੀਨ ਦੇ ਕਿਨਾਰਿਆਂ ਤੱਕ ਖਬਰਾਂ ਪਹੁੰਚਾਉਣ ਦੀ, ਤੇ ਇਹ ਤਾਂ ਘਰ ਵਿੱਚ ਉਹਨੇ ਸ਼ੁਰੂ ਕੀਤੀਆਂ। ਆਓ ਉਹਦੀਆਂ ਖਬਰਾਂ ਜ਼ਮੀਨ ਦੇ ਕਿਨਾਰਿਆਂ ਤੱਕ ਪਹੁੰਚਾਉਣੀਆਂ, ਫਿਰ ਉਹਦੀ ਮਰਜ਼ੀ ਪੂਰੀ ਹੁੰਦੀ ਹੈ। ਤੇ ਖੁਦਾ ਦੇ ਕਲਾਮ 'ਚ ਲਿਖਿਆ ਏ, ਹੁਣ ਮੁੱਦਤ ਥੋੜੀ ਰਹਿ ਗਈ ਹੈ, ਅਸੀਂ ਸਮਝਦੇ ਬੜੀ ਹੈ, ਕੋਈ ਗੱਲ ਨਹੀਂ, ਕਰ ਲਾਂਗੇ ਉਹਦੀ ਮਰਜ਼ੀ ਪੂਰੀ। ਹੁਣ ਮੁੱਦਤ ਥੋੜੀ ਰਹਿ ਗਈ, ਆਉਣ ਵਾਲੇ ਨੇ ਆ ਜਾਣਾ ਤੇ ਮੇਰਾ ਰਾਸ ਬਾਜ਼ ਬੰਦਾ ਇਮਾਨ ਨਾਲ ਜਿੰਦਾ ਰਹੇਗਾ, ਤੇ ਅਗਰ ਉਹ ਪਿੱਛੇ ਹਟੇਗਾ ਮੇਰਾ ਦਿਲ ਖੁਸ਼ ਨਹੀਂ ਹੋਣਾ। ਤੇ ਵਾਅਦਾ ਕੀਤੀ ਹੋਈ ਚੀਜ਼ ਉਹਦੀ ਮਰਜ਼ੀ ਪੂਰੀ ਕਰਕੇ ਅਸੀਂ ਹਾਸਲ ਕਰ ਸਕਨੇ ਹਾਂ, ਇਸ ਤਰ੍ਹਾਂ ਨਹੀਂ। ਤੇ ਆਓ ਵਕਤ ਨੂੰ ਜ਼ਾਇਆ ਨਾ ਕਰੀਏ, ਕਲਾਮ ਨੂੰ ਸੁਣਾਉਣਾ ਆਪਣੇ ਬੱਚਿਆਂ ਨੂੰ ਸ਼ੁਰੂ ਕਰ ਦਈਏ। ਫਿਰ ਬਾਬਲ ਦੇ ਕਬਜ਼ੇ, ਝੂਠੇ ਅੰਬੋਆਂ, ਗਰੋਹਾਂ, ਡਿਨੋਮੀਨੇਸ਼ਨਾਂ, ਟੋਲਿਆਂ ਦੇ ਕਬਜ਼ੇ ਫਿਰ ਟੁੱਟਣਗੇ। ਫਿਰ ਨਸਲਾਂ ਇਹਨਾਂ ਦੇ ਕਾਬੂ ਨਹੀਂ ਰਹਿਣਗੀਆਂ, ਬਲਕਿ ਆਪਣੀਆਂ ਨਸਲਾਂ ਨੂੰ ਵੀ ਫਿਰ ਦੱਸਣਗੀਆਂ, ਇਸ਼ਾਰ ਤੇ ਬੇਦਾਰ ਕਰਨਗੀਆਂ। ਤੇ ਆਓ ਅੱਜ ਤੋਂ, ਕਿਉਂਕਿ ਮੁਕਾਸ਼ਵਾ ਪਹਿਲਾ ਬਾਪ 3 ਚ ਲਿਖਿਆ, ਤੂੰ ਪੜ੍ਹੀ, ਤੂੰ ਸੁਣੀ, ਇਹ ਤੇ ਅਮਲ ਕਰੀ, ਤੇ ਫਿਰ ਬੱਚਿਆਂ ਨੂੰ ਵੀ ਪੜ੍ਹਾਵੀਂ। ਆਓ ਜੇ ਚਾਹੁੰਦੇ ਹਾਂ ਕਿ ਨਸਲਾਂ ਮੁਬਾਰਕ ਹੋਣ, ਤੇ ਅੱਜ ਤੋਂ ਆਪ ਬਾਈਬਲ ਪੜ੍ਹਨਾ ਸ਼ੁਰੂ ਕਰ ਦਈਏ, ਆਪ ਸੁਣਨਾ ਸ਼ੁਰੂ ਕਰ ਦਈਏ, ਅਮਲ ਕਰਨਾ ਸ਼ੁਰੂ ਕਰ ਦਈਏ, ਤੇ ਨਸਲਾਂ ਨੂੰ ਵੀ ਕਹੀਏ ਆਪ ਬਚੀਏ, ਆਪਣੀਆਂ ਨਸਲਾਂ ਨੂੰ ਬਚਾਈਏ, ਚੰਗੇ ਰਹਿ ਜਾਣਗੇ। ਖੁਦਾਵੰਦ ਤੇਰਾ ਖਾਦਮ ਹੁੰਦਾ, ਜਿਹੜਾ ਕਲਾਮ ਤੂੰ ਮੈਨੂੰ ਦਿੱਤਾ ਹੈ ਉਸ ਨੂੰ ਪੂਰੀ ਦਿਆਨਾਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ। ਬੰਦ ਜ਼ੇਨਾਂ ਨੂੰ ਖੁਦਾਵੰਦ ਤੂੰ ਖੋਲ, ਤਾਂ ਕਿ ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਣ, ਦੂਜਿਆਂ ਨੂੰ ਸਮਝਾਉਣ, ਤੇਰੀ ਨਜ਼ਰ ਵਿੱਚ ਦਿਆਨਾਦਾਰ ਨਿਕਲਣ। ਸਭ ਕੁਝ ਮੰਗਣਾ ਹੈ ਤੇਰੇ ਪਿਆਰੇ ਬੇਟੇ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ ਨਾਲ, ਆਮੀਨ। ਤੇ ਆਓ ਭਰਾਓ, ਫਿਰ ਕਲਾਮ ਨੂੰ ਸ਼ੇਅਰ ਕਰਿਓ, ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ, ਤਾਂ ਕਿ बर वक्त खुदावंद दा कलाम तैनूं आगाह करदा रहे, हुशियार करे, बेदार करे।